ਬਾਬੂਸ਼ਾਹੀ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਨਵੇਂ ਅਕਾਲੀ ਦਲ ਦਾ ਆਗਾਜ਼ ਹੁੰਦਾ ਹੈ। ਇਹ ਆਗਾਜ਼ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਲੁਧਿਆਣੇ ਮੀਟਿੰਗ ਕਰਕੇ ਕੀਤਾ ਜਾਂਦਾ ਹੈ ਅਤੇ ਖੁਦ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਜਾਂਦਾ ਹੈ। ਇਸ ਨਵੇਂ ਬਣੇ ਅਕਾਲੀ ਦਲ ਦੇ ਕੀ ਸਿਆਸੀ ਮਾਇਨੇ ਹੋਣਗੇ, ਪੰਜਾਬ ਦੇ ਵਿੱਚ ਕੀ ਇਹਦੀ ਭੂਮਿਕਾ ਰਹੇਗੀ, ਸਾਡਾ ਗੱਲਬਾਤ ਕਰਨ ਲਈ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਜੀ ਮੌਜੂਦ ਨੇ। ਆਓ ਉਹਨਾਂ ਤੋਂ ਜਾਣਦੇ ਹਾਂ। ਬੱਲੀ ਜੀ, 1920 ਦੇ ਵਿੱਚ ਅਕਾਲੀ ਦਲ ਸ਼ੁਰੂ ਹੁੰਦਾ ਹੈ, ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਹੁਣ 2020 ਦੇ ਵਿੱਚ ਜਾ ਕੇ 100 ਸਾਲਾਂ ਦੇ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਬਣਦਾ ਹੈ, ਨਵਾਂ ਹਿੱਸਾ ਹੁੰਦਾ ਹੈ। ਕਿਵੇਂ ਦੇਖਦੇ ਹੋ ਇਹ ਸਾਰੇ ਘਟਨਾਕ੍ਰਮ ਨੂੰ? ਦੇਖੋ, ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਪੰਜਾਬ ਦੀ ਅਕਾਲੀ ਸਿਆਸਤ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਚੈਪਟਰ ਤਾਂ ਹੈਗਾ। ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਇੱਕ ਨਵੀਂ ਡਿਵੈਲਪਮੈਂਟ ਹੈਗੀ, ਨਵਾਂ ਚੈਪਟਰ ਹੈਗਾ। ਪਰ ਜੇਕਰ ਅਕਾਲੀ ਦਲ ਦਾ ਆਪਾਂ ਇਤਿਹਾਸ ਦੇਖੀਏ ਤਾਂ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਿਟ ਜਿਹੜੀ ਹੈ ਜਾਂ ਇਸ ਤਰ੍ਹਾਂ ਦੇ ਵੱਖਰੇ ਅਕਾਲੀ ਧੜੇ, ਨਵੇਂ ਅਕਾਲੀ ਦਲ ਕੋਈ ਪਹਿਲੀ ਵਾਰ ਨਹੀਂ ਬਣੇ। ਅੱਗੇ ਬਣਦੇ ਪਹਿਲਾਂ ਬਣਦੇ ਰਹੇ ਆ। ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ ਰਵਿੰਦਰ ਬਣਿਆ, ਅਕਾਲੀ ਦਲ ਅੰਮ੍ਰਿਤਸਰ ਬਣਿਆ ਅਤੇ ਪੰਥਕ ਅਕਾਲੀ ਦਲ ਬਣਿਆ, ਬਣਦੇ ਰਹੇ ਆ। ਪਰ ਵੱਡੇ ਜਿਹੜੇ ਇਹ ਕਹਿ ਸਕਦੇ ਆ ਕਿ 1985 'ਚ ਬਹੁਤ ਵੱਡੀ ਟੁੱਟ ਭੱਜ ਹੋਈ ਸੀਗੀ ਅਤੇ ਉਸ ਤੋਂ ਬਾਅਦ 1999 'ਚ ਜਦੋਂ ਜਥੇਦਾਰ ਟੌਹੜਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਵੱਡਾ ਕਾਫੀ ਤਕੜਾ ਹਿੱਸਾ ਵੱਖ ਹੋਇਆ ਸੀ। ਉਦੋਂ ਦੋ ਧੜਿਆਂ 'ਚ ਵੰਡਿਆ ਗਿਆ ਸੀ ਅਕਾਲੀ ਦਲ। ਇੱਕ ਪਾਸੇ ਜਥੇਦਾਰ ਟੌਹੜਾ, ਕਿਉਂਕਿ ਬਹੁਤ ਵੱਡੀ ਕੱਦਾਵਰ ਸ਼ਖਸੀਅਤ ਸੀ, ਉਹ ਵੱਡੀ ਡਿਵੈਲਪਮੈਂਟ ਸੀ ਉਦੋਂ। ਅਤੇ ਉਸ ਵੇਲੇ ਜਿਹੜੀ ਹੈ ਇਹ ਵੱਡੀ ਟੁੱਟ ਭੱਜ ਹੋਈ ਸੀਗੀ। ਉਸ ਤੋਂ ਬਾਅਦ ਹੁੰਦੇ ਰਹੇ ਆ ਮਤਲਬ ਇਹ। ਅਤੇ ਹੁਣ ਜਿਹੜੀ ਇਹ ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਜਿਹੜੀ ਬਣਿਆ, ਇਹ ਵੀ ਇਸ ਤੋਂ ਪਹਿਲਾਂ ਵੀ ਟਕਸਾਲੀ ਹੋਏ, ਅਲੱਗ ਹੋਏ ਅਤੇ ਟੁੱਟ ਭੱਜ ਪਹਿਲਾਂ ਵੀ ਹੁੰਦੀ ਰਹੀ ਹੈ। ਪਰ ਮੇਨ ਅਕਾਲੀ ਦਲ ਜਿਹੜਾ ਇੱਕੋ ਹੀ ਰਹਿੰਦਾ ਰਿਹਾ ਹੈ। ਪਿਛਲਾ ਤਜਰਬਾ ਤਾਂ ਹੈ, ਮੇਨ ਸਟਰੀਮ ਇੱਕੋ ਹੀ ਰਹਿੰਦੀ ਰਹੀ ਹੈ। ਅਕਾਲੀ ਦਲ ਧੜੇ ਬਣਦੇ ਰਹੇ ਹੈ, ਗਰੁੱਪ ਬਣਦੇ ਰਹੇ ਹੈ। ਉਹ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਰੂਪ 'ਚ ਨੁਕਸਾਨ ਵੀ ਪਹੁੰਚਾਉਂਦੇ ਰਹੇ ਹੈ। ਪਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲਾ ਜਿਹੜਾ ਅਕਾਲੀ ਦਲ ਹੈ 1986 ਤੋਂ ਬਾਅਦ, 87 ਤੋਂ ਬਾਅਦ ਜਿਹੜਾ ਉਹ ਦੌਰ ਸੀ, ਉਹ ਤੋਂ ਬਾਅਦ ਉਹੀ ਮੇਨ ਰਿਹਾ। ਅਤੇ ਆਪਣੇ ਆਪ 'ਚ ਜਿੰਨੀ ਉਮੀਦ ਸੀ, ਜਿਸ ਤਰ੍ਹਾਂ ਦੀ ਵੀ ਜੇ ਇਹ ਪਾਰਟੀ ਬਣਾਉਣਗੇ ਸੁਖਦੇਵ ਸਿੰਘ ਢੀਂਡਸਾ ਦਾ, ਕੋਈ ਵੱਡੇ ਅਕਾਲੀ ਨੇਤਾ ਜਿਹੜੇ ਪਹਿਲਾਂ ਟੁੱਟ ਚੁੱਕੇ ਸੀ, ਕੋਈ ਨਵੇਂ ਅਕਾਲੀ ਨੇਤਾ ਟੁੱਟ ਕੇ ਨਹੀਂ ਆਏ, ਵਰਟੀਕਲ ਸਪਲਿਟ ਨਹੀਂ ਹੋਈ ਕੋਈ। ਜਿਹੜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਵੇਲੇ ਅਕਾਲੀ ਦਲ ਕੰਮ ਕਰ ਰਿਹਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤਾਂ ਬਹੁਤ ਸਰਗਰਮ ਨਹੀਂ ਹੈਗੇ, ਅਤੇ ਉਹਦੇ ਨਾਲ ਕੋਈ ਵੱਡਾ ਧੜਾ ਟੁੱਟ ਕੇ ਆਇਆ ਹੋਵੇ, ਵੱਡੇ ਲੀਡਰ ਟੁੱਟ ਕੇ ਆਏ ਹੁਣ, ਇਹੋ ਜਿਹੀ ਕੋਈ ਜਿਹੜੀ ਪਾਰਟੀ ਜਦੋਂ ਬਣਾਈ ਹੈ। ਬਲਕਿ ਜਿਹੜੀਆਂ ਜਿਵੇਂ ਉਮੀਦ ਸੀ ਕਿ ਸਾਰੇ ਟਕਸਾਲੀ ਅਤੇ ਸਾਰੇ ਧੜੇ ਜਿਹੜੇ ਰਵਿੰਦਰ, ਦੂਸਰੇ ਈਵਨ ਮਤਲਬ ਸਿਮਰਜੀਤ ਸਿੰਘ ਬੈਂਸ ਹੋਰੀ ਵੀ ਉਹਨਾਂ ਦੀ ਮੀਟਿੰਗਾਂ ਸ਼ਾਮਲ ਹੁੰਦੇ ਰਹੇ, ਕਹਿਰਾ ਵੀ ਹੁੰਦੇ ਰਹੇ। ਜਿਵੇਂ ਉਮੀਦ ਸੀ ਵੀ ਇਹ ਸਾਰੇ ਇਕੱਠੇ ਹੋ ਕੇ ਕੋਈ ਪਾਰਟੀ ਬਣਾਉਣਗੇ, ਤੀਜਾ ਧਿਰ ਬਣਾਉਣਗੇ, ਤੀਜੀ ਧਿਰ, ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ 'ਚ, ਇਹੀ ਮਤਲਬ ਉਹ ਇੰਪਰੈਸ਼ਨ ਨਹੀਂ ਗਿਆ। ਬ੍ਰਹਮਪੁਰਾ ਖੁਦ ਨਹੀਂ ਸ਼ਾਮਲ ਹੋਏ, ਉਹਨਾਂ ਦੇ ਕੁਛ ਬੰਦੇ ਹੋਏ, ਉਹਨਾਂ ਦੀ ਵਿੱਚ ਆਪਸ 'ਚ ਟੁੱਟ ਭੱਜ ਹੋ ਗਈ। ਈਵਨ ਰਵਿੰਦਰ ਵੀ ਨਹੀਂ ਸ਼ਾਮਲ ਹੋਏ। ਬੈਂਸ ਹੋਰੀ ਕਹਿੰਦੇ ਸਾਡੇ ਵੀ ਅਸੀਂ ਸਪੋਰਟ ਕਰਦੇ ਹਾਂ, ਪਰ ਨਹੀਂ। ਸੋ ਜਿਸ ਤਰ੍ਹਾਂ ਦਾ ਜਿਹੜਾ ਵੱਡਾ ਧਮਾਕਾ ਜਾਂ ਵੱਡੀ ਇੰਪੈਕਟ ਜਿਹੜਾ ਇਹਨਾਂ ਦੀ ਪਾਰਟੀ ਦਾ ਹੋਣਾ ਸੀ, ਜਿੰਨਾ ਕਿ ਜਦੋਂ ਇਹ ਵੱਖ ਹੋਏ ਸੀ, ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦਿੱਤਾ ਸੀ, ਜਾਂ ਟਕਸਾਲੀ ਜਿੰਨਾ ਉਦੋਂ ਹੋਇਆ ਸੀ, ਉਹਨਾਂ ਵੀ ਨਹੀਂ ਹੋਇਆ ਹੁਣ। ਵੀ ਠੀਕ ਹੈ, ਇਹ ਹੋ ਗਿਆ ਵੀ ਪਾਰਟੀ ਬਣਾ ਲਈ ਸੁਖਦੇਵ ਸਿੰਘ ਢੀਂਡਸਾ ਦੀ ਵਜ੍ਹਾ, ਕੁਛ ਟਕਸਾਲੀਆਂ ਦੇ ਵੀ ਟੁੱਟ ਕੇ ਆਏ ਬੰਦੇ ਆ ਗਏ। ਪਰ ਕੋਈ ਵੱਡਾ ਬਹੁਤ ਜ਼ਿਆਦਾ ਕੋਈ ਵੱਡਾ ਧਮਾਕਾ ਜਿਵੇਂ ਹੋਇਆ ਹੋਵੇ ਜਾਂ ਬਹੁਤ ਬੰਦੇ ਅਕਾਲੀ ਦਲ ਦੇ ਟੁੱਟ ਕੇ ਆ ਗਏ ਹੋਣ, ਉਹ ਨਹੀਂ ਹੋਇਆ। ਇੱਕ ਤਾਂ ਉਮੀਦ ਜਿੰਨੀ ਸੀ ਜਿਸ ਤਰ੍ਹਾਂ ਦੀ, ਉਹਦੇ 'ਚ ਕਈ ਪੱਖ ਨੇ। ਇੱਕ ਫੈਕਟਰ ਲੋਕਡਾਊਨ ਦਾ ਵੀ ਹੈਗਾ, ਕਰੋਨਾ ਦਾ ਵੀ ਹੈਗਾ, ਕਿ ਵੱਡੇ ਇਕੱਠ ਨਹੀਂ ਕਰ ਸਕਦੇ, ਉਹ ਵੀ ਹੈਗਾ। ਇੱਕ ਤਾਂ ਇਹ ਪਹਿਲੂ ਹੈਗਾ ਇਸ ਡਿਵੈਲਪਮੈਂਟ ਦਾ। ਅਤੇ ਦੂਜਾ ਹੈਗਾ ਕਿ ਅਕਾਲੀ ਦਲ ਨੇ ਜਾਂ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੋਗਰਾਮ ਕੀ ਦਿੱਤਾ। ਅਜੇ ਤੱਕ ਕੋਈ ਵੱਖਰਾ ਪ੍ਰੋਗਰਾਮ ਬਾਕੀਆਂ ਨਾਲੋਂ ਕੋਈ ਐਲਾਨਨਾਮਾ ਉਹਨਾਂ ਨੇ ਪੜ੍ਹਿਆ, ਠੀਕ ਹੈ,
ਪਰ ਅਜੇ ਤੱਕ ਕੋਈ ਉਹਨਾਂ ਦਾ ਠੋਸ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਹਮਣੇ ਨਹੀਂ ਆਇਆ ਕਿ ਜਿਹਦੇ ਨਾਲ ਇਹ ਹੋਵੇ ਵੀ ਬਾਕੀਆਂ ਨੂੰ ਇਹ ਵੱਖਰਾ ਹੋਣਗੇ, ਵੱਖਰਾ ਤੁਰਨਗੇ। ਇਹ ਹੈ। ਇਹਦੇ ਨਾਲ ਹੀ ਬ੍ਰਹਮਪੁਰਾ ਜੀ ਵੱਲੋਂ ਪੀਜੀਆਈ 'ਚੋਂ ਦਾਖਲ ਨੇ। ਕੱਲ੍ਹ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਜਾਂਦੀ ਹੈ, ਪ੍ਰੈਸ ਨੂੰ ਉੱਥੇ ਬੁਲਾਇਆ ਜਾਂਦਾ। ਸੁਖਦੇਵ ਸਿੰਘ ਢੀਂਡਸਾ ਦੇ ਜਿੱਥੇ ਇਲਜ਼ਾਮ ਲੈਂਦੇ, ਉੱਥੇ ਬਾਦਲ ਨਾਲ ਉਹਨਾਂ ਦਾ ਬੀਤੇ ਸਮੇਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਕਿ ਬਾਦਲ ਸਾਹਿਬ ਮੈਨੂੰ ਬਹੁਤ ਪ੍ਰਮੁੱਖਤਾ ਦਿੰਦੇ ਸੀ, ਬਾਦਲ ਸਾਹਿਬ ਚੰਗੇ ਨੇ। ਕਿਵੇਂ ਦੇਖਦੇ ਉਹਨੂੰ ਸਾਰੇ ਨੂੰ? ਦੇਖੋ, ਇਸ ਤਰ੍ਹਾਂ ਹੈ ਕਿ ਜਦੋਂ ਜਿਹੜੀਆਂ ਪਾਰਟੀਆਂ ਦਾ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਹੈ ਤੇ ਕੀ ਹੋਇਆ ਕਿ ਅਕਾਲੀ ਦਲ ਪਿਛਲੇ ਸਮੇਂ 'ਚ ਜਿਸ ਤਰ੍ਹਾਂ ਦਾ ਅਕਾਲੀ ਦਲ ਦਾ ਇਮੇਜ ਸੀ, ਜਿਸ ਤਰ੍ਹਾਂ ਦੀ ਅਸੂਲੀ ਸਿਧਾਂਤਕ ਲੜਾਈ ਲੜਦੇ ਸੀ, ਫੈਡਰਲਿਜ਼ਮ ਦੇ ਮਸਲੇ ਤੇ, ਸੂਬਿਆਂ ਦੇ ਵੱਧ ਅਧਿਕਾਰਾਂ ਦੇ, ਪੰਜਾਬੀਅਤ ਦੇ ਤੇ ਪੰਥਕ ਹਿੱਤਾਂ ਲਈ ਜਿਸ ਤਰ੍ਹਾਂ ਦਾ ਅਕਾਲੀ ਦਲ ਦਾ ਨਕਸ਼ਾ ਸੀਗਾ, ਉਹਦੇ 'ਚ ਅਕਾਲੀ ਦਲ ਦਾ ਉਹ ਇਮੇਜ ਨਹੀਂ ਰਿਹਾ ਹੁਣ। ਤੇ ਇਹ ਇਮੇਜ ਬਣ ਗਿਆ ਕਿ ਇਹ ਇੱਕ ਪਰਿਵਾਰਕ ਪਾਰਟੀ, ਫੈਮਿਲੀ ਪਾਰਟੀ, ਜਿਹਨੇ ਕਿ ਮੇਨ ਜੇ ਸੁਖਦੇਵ ਸਿੰਘ ਢੀਂਡਸਾ ਵੱਖ ਹੋਏ ਜਾਂ ਬ੍ਰਹਮਪੁਰ, ਉਹਨਾਂ ਦਾ ਇੱਕੋ ਹੀ ਮੁੱਦਾ ਰਿਹਾ ਕਿ ਬਾਦਲ ਪਰਿਵਾਰ ਦਾ ਕਬਜ਼ਾ ਸਾਰੇ ਅਦਾਰਿਆਂ ਤੇ ਉਹ ਛਡਾਉਣਾ ਸੀ। ਇੱਕੋ ਹੀ ਉਹਨਾਂ ਦਾ ਇਹ ਰਿਹਾ ਸਾਰਾ। ਮਤਲਬ ਉਹਨਾਂ ਦੇ ਜਿਹੜਾ ਉਹ ਗਰਜ ਜਾਂ ਕਹਿ ਲਓ ਕਿ ਉਹਨਾਂ ਦਾ ਰੋਸ, ਜਾਂ ਹਾਲਾਂਕਿ ਇਹ ਆਪ ਸਾਰੇ ਪਰਿਵਾਰਵਾਦ ਦਾ ਸ਼ਿਕਾਰ ਨੇ। ਮਤਲਬ ਜਿੰਨੇ ਇਹ ਨੇਤਾ ਹੈਗੇ ਨੇ, ਆਪਣੇ ਆਪਣੇ ਜਿਹੜੇ ਮੁੰਡਿਆਂ ਨੂੰ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਭ ਨੇ ਟਿਕਟਾਂ ਦਵਾਈਆਂ, ਪੈਸੇ ਦਵਾਏ, ਸਾਰੇ ਦਵਾਏ। ਜਾਂ ਇਹ ਕਹਿ ਲਓ ਕਿ ਬਾਦਲ ਪਰਿਵਾਰ ਜਿੰਨਾ ਜਾਂ ਬਾਦਲ ਹੋਰਾਂ ਨੇ, ਉਹਨਾਂ ਨੇ ਵੀ ਇਹਨਾਂ ਨੂੰ ਉਸੇ ਰਾਹ ਪਾ ਲਿਆ, ਕਹਿ ਸਕਦੇ ਹਾਂ ਵੀ ਪਰਿਵਾਰਵਾਦ ਤੋਂ ਬਾਅਦ ਵਕਤ ਤਾਂ ਆਪ ਵੀ ਨਹੀਂ ਹੈਗੇ। ਪਰ ਇਹਨਾਂ ਦਾ ਇੱਕੋ ਮੁੱਦਾ ਰਿਹਾ ਕਿ ਅਸੀਂ ਉਹ ਤੋਂ ਆਜ਼ਾਦ ਕਰਾਉਣਾ ਜਾਂ ਉਹਨਾਂ ਤੋਂ ਛਡਾਉਣਾ ਹੈ। ਐਸਜੀਪੀਸੀ ਵੀ, ਅਕਾਲ ਤਖਤ ਵੀ, ਸਾਰੇ ਜਿਹੜੇ ਧਾਰਮਿਕ ਅਦਾਰੇ ਵੀ, ਪਾਰਟੀ ਵੀ, ਇਹੀ ਮੁੱਦਾ ਰਿਹਾ ਜੀ। ਤੇ ਇਹ ਤੋਂ ਇਹ ਉਸ ਤੋਂ ਇਲਾਵਾ ਕੋਈ ਵੱਖਰਾ ਪ੍ਰੋਗਰਾਮ ਹੋਵੇ ਉਹਨਾਂ ਦਾ, ਕੋਈ ਹੋਵੇ ਤਾਂ ਇਹ ਕਹਿੰਦੇ ਵੀ ਅਕਾਲੀ ਦਲ ਤਾਂ ਠੀਕ ਸੀਗਾ ਪਰ ਬਾਦਲ ਪਰਿਵਾਰ ਗਲਤ ਹੈ। ਅਕਾਲੀ ਦਲ ਵੀ ਠੀਕ ਜਿਹੜਾ ਸੀਗਾ, ਉਸ ਨੂੰ ਉਹਦੇ 'ਚ ਕੀ ਠੀਕ ਸੀਗੇ ਤੇ ਹੁਣ ਤੁਸੀਂ ਕਿਵੇਂ ਲਿਜਾਓਗੇ, ਇਸ ਤਰ੍ਹਾਂ ਦੀ ਨਹੀਂ। ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜੀ ਇੰਡੀਵਿਜੂਅਲ ਲੜਾਈ ਹੈ, ਜਿਹੜੀ ਸਿਧਾਂਤਕ ਲੜਾਈ ਕਹਿੰਦੇ ਨੇ ਉਹ, ਪਰ ਜੇ ਜਦੋਂ ਕੋਈ ਪ੍ਰੋਗਰਾਮ ਤੇ ਨਾ ਖੜੇ ਹੋਣ ਤੇ ਫਿਰ ਉਹਦੇ 'ਚ ਜਿਹੜੀ ਟੁੱਟ ਭੱਜ ਹੋਣੀ ਇੱਕ ਦੂਜੇ ਦੇ ਉਹਨਾਂ 'ਚ, ਉਹ ਲਾਜ਼ਮੀ ਹੈਗੀ, ਕੁਦਰਤੀ ਹੈ। ਤੇ ਜੋ ਉਹਨਾਂ ਦੇ ਬੰਦੇ ਦੱਸਦੇ ਨੇ ਕਿ ਪਹਿਲਾਂ ਇਹਨਾਂ ਦੀਆਂ ਸਾਰੀਆਂ ਮੀਟਿੰਗਾਂ ਹੁੰਦੀਆਂ ਨੇ, ਇਹ ਹੀ ਹੁੰਦਾ ਰਿਹਾ ਕਿ ਇਕੱਠੇ ਸਾਂਝੇ ਤੀਜਾ ਮੋਰਚਾ ਬਣਾਵਾਂਗੇ। ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਉਹ ਬ੍ਰਹਮਪੁਰਾ ਹੋਈ ਇਸ ਗੱਲ ਤੋਂ ਬੈਕ ਟਰੈਕ ਕਰ ਰਹੇ ਨੇ। ਪਹਿਲਾਂ ਅਜਨਾਲਾ ਪਰਿਵਾਰ ਤਾਂ ਵੱਖ ਹੋ ਹੀ ਗਿਆ ਤੇ ਬ੍ਰਹਮਪੁਰਾ ਪਰਿਵਾਰ ਬਾਰੇ ਵੀ ਪਹਿਲਾਂ ਛਪਦੀਆਂ ਰਹੀਆਂ ਖਬਰਾਂ ਵੀ ਉਹ ਵੀ ਵਾਪਸ ਜਾ ਸਕਦਾ। ਸੋ ਟਕਸਾਲੀ ਅਕਾਲੀ ਦਲ 'ਚ ਜਿਹੜੀ ਇਹ ਟੁੱਟ ਭੱਜ ਹੋ ਗਈ, ਜਿਹੜੀ ਉਹਦੇ ਨਾਲ ਟਕਸਾਲੀ ਅਕਾਲੀ ਦਲ ਦਾ ਫਿਊਚਰ ਤਾਂ ਪਹਿਲਾਂ ਹੀ ਕੁਐਸਚਨ ਮਾਰਕ ਲੱਗ ਗਿਆ। ਤੇ ਬ੍ਰਹਮਪੁਰਾ ਵੀ ਜਿਸ ਤਰ੍ਹਾਂ ਦਾ ਹੁਣ ਉਹਨਾਂ ਦਾ ਉਮਰ ਦਾ ਤਕਾਜ਼ਾ ਵੀ ਹੈਗਾ ਤੇ ਜਿਹੜਾ ਸਰੀਰ ਦਾ ਤਕਾਜ਼ਾ ਵੀ ਹੈ, ਸਰੀਰ ਵੀ ਢਿੱਲਾ, ਹੁਣ ਉਹ ਕਿਸ ਤਰ੍ਹਾਂ ਫੰਕਸ਼ਨ ਕਰਨਗੇ ਇਹ ਤਾਂ ਨਹੀਂ। ਪਰ ਇੱਕ ਗੱਲ ਕਲੀਅਰ ਹੋ ਗਈ ਕਿ ਟਕਸਾਲੀ ਅਕਾਲੀ ਦਲ ਦੇ ਜਿਹੜੇ ਬਹੁਤੇ ਬੰਦੇ ਨੇ, ਉਹ ਲੱਗਦਾ ਕਿ ਇੱਧਰ ਹੀ ਆਉਣਗੇ ਲੱਗਦਾ। ਤੇ ਉਹ ਬ੍ਰਹਮਪੁਰਾ ਹੋਰੀ ਕਿੱਧਰ ਜਾਂਦੇ ਨੇ, ਪਰਿਵਾਰ ਵਾਪਸ ਜਾਂਦੇ ਨੇ, ਕੀ ਕਰਦੇ ਨੇ ਜੀ, ਉਹ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਹ ਲੱਗਦਾ ਕਿ ਟਕਸਾਲੀ ਅਕਾਲੀ ਦਲ ਦੇ ਜਿਹੜੇ ਜ਼ਿਆਦਾਤਰ ਮੈਂਬਰ ਨੇ, ਮੈਨੂੰ ਲੱਗਦਾ ਕਿ ਇੱਧਰ ਹੀ ਖੜਨਗੇ, ਕਿਉਂਕਿ ਅੱਜ ਦੂਸਰੀ ਰਿਹਾ ਇਹਨਾਂ ਦੇ ਲੀਡਰ ਆ ਗਏ ਨੇ। ਬਲੀ ਸਾਹਿਬ ਕੀ ਸੋਚਦੇ ਹੋ ਕਿ ਅਕਾਲੀ ਦਲ ਜਿਹੜਾ ਵਾ ਉਹਦੀ ਪਛਾਣ ਅਸਲ 'ਚ ਕੀ, ਇਹ ਸਿਧਾਂਤਕ ਲੜਾਈ ਜਾਂ ਅਕਾਲੀ ਦਲ ਬਾਦਲ ਜਿਹੜਾ ਲਾਇਆ ਜਾਂਦਾ ਪਿੱਛੇ ਬਾਦਲ, ਕਿਉਂਕਿ ਢੀਂਡਸਾ ਸਾਹਿਬ ਕਹਿ ਚੁੱਕੇ ਕਿ ਬਾਦਲ ਲੱਗਣ ਨਾਲ ਉਹ ਸਿਰਫ ਇੱਕ ਪਰਿਵਾਰ ਦੀ ਪਾਰਟੀ ਰਹਿ ਗਈ, ਉਹ ਅਕਾਲੀ ਦਲ ਨਹੀਂ ਰਿਹਾ। ਅਸੀਂ ਅਕਾਲੀ ਦਲ ਤਾਂ ਨਾਮ ਰੱਖਿਆ ਕਿ ਉਹ ਸਾਡਾ ਅਕਾਲੀ ਦਲ ਆ। ਇਹਨਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਉਹਨਾਂ ਕੋਲ ਪਾਰਟੀ ਚੋਣ ਨਿਸ਼ਾਨ ਹੈਗਾ, ਸ਼੍ਰੋਮਣੀ ਅਕਾਲੀ ਦਲ ਉਹ ਰਜਿਸਟਰਡ ਪਾਰਟੀ ਹੈ। ਬਾਦਲ ਲਿਖ ਦਿੰਦੇ ਆ ਪਰ ਜਿਹੜਾ ਇਲੈਕਸ਼ਨ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਨਹੀਂ ਹੈਗਾ ਉਹ। ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾ ਤਾਂ ਇਹਨਾਂ ਨੂੰ ਚੋਣ ਨਿਸ਼ਾਨ ਮਿਲਣਾ, ਇਹਨਾਂ ਨੂੰ ਤਾਂ ਕੋਈ ਵੱਖਰਾ ਨਾਂ ਰੱਖਣਾ ਹੀ ਪੈਣਾ ਆਪਣਾ। ਜਦੋਂ ਇਲੈਕਸ਼ਨ ਲੜਨਗੇ ਤਾਂ ਵੀ ਵੱਖਰਾ ਹੀ ਕੋਈ ਇਹਨਾਂ ਦਾ ਨਾਂ ਵੀ ਰੱਖਣਾ ਪੈਣਾ, ਇਹਨਾਂ ਨੂੰ ਚੋਣ ਨਿਸ਼ਾਨ ਵੀ ਉਹ ਨਹੀਂ ਮਿਲਣਾ। ਇਹ ਤਾਂ ਇਸ ਗੱਲ 'ਚ ਇਹ ਕਹਿੰਦੇ ਨੇ ਅਸੀਂ ਪਾਰਟੀ 'ਚ ਉਹਨਾਂ ਨੂੰ ਕੱਢਤਾ ਜਾਂ ਵੱਖਰਾ ਅਸਲੀ ਅਕਾਲੀ ਦਲ ਸਾਡਾ, ਇਹ ਕਹਿਣ ਨਾਲ ਨਹੀਂ ਫਰਕ ਪੈਂਦਾ। ਇੱਕ ਤਾਂ ਹੈਗਾ ਕਿ ਤੁਹਾਡੇ ਨਾਲ ਜਿਹੜਾ ਅਕਾਲੀ ਦਲ ਦਾ ਸਾਰਾ ਕਾਡਰ ਹੈ ਪੰਜਾਬ ਦਾ, ਕੀ ਤੁਹਾਡੇ ਨਾਲ ਆਏਗਾ ਜਾਂ ਵੱਡੀ ਗਿਣਤੀ 'ਚ ਆਏਗਾ। ਦੂਜਾ ਜਿਹੜੇ ਟੈਕਨੀਕਲੀ ਜਿਹੜੇ ਕੰਸਟੀਟਿਊਸ਼ਨਲੀ ਅਕਾਲੀ ਦਲ ਦਾ ਚੋਣ ਨਿਸ਼ਾਨ ਨਹੀਂ, ਇਹਨਾਂ ਨੂੰ ਨਹੀਂ ਮਿਲਣਾ। ਔਰ ਇਹਨਾਂ ਕੋਲ ਜਿਹੜਾ ਆਪਣਾ ਰਜਿਸਟਰਡ ਪਾਰਟੀ ਜਦੋਂ ਕਰਾਉਣਗੇ ਇਹ ਚੋਣ ਕਮਿਸ਼ਨ ਕੋਲ ਜਾਂਦੇ, ਉਹ ਤਾਂ ਅਕਾਲੀ ਦਲ ਇਹਨਾਂ ਨੂੰ ਅਕਾਲੀ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਏਗਾ, ਉਹ ਕੋਈ ਵੱਖਰਾ, ਜਿਵੇਂ ਅਕਾਲੀ ਦਲ ਅੰਮ੍ਰਿਤਸਰ ਹੈ ਡੈਮੋਕ੍ਰੇਟਿਕ ਉਹ ਰੱਖਣਾ ਪਏਗਾ ਹੁਣ।
ਸੋ ਇਸ ਕਰਕੇ ਦਾਅਵੇ ਜੋ ਮਰਜ਼ੀ ਕਰੀ ਜਾਣ ਇਹ, ਪਰ ਵੱਖਰਾ ਹੀ ਰੱਖਣਾ ਪਏਗਾ ਇਹਨਾਂ ਨੂੰ। ਤੇ ਉਹ ਕਹਿ ਰਹੇ ਵੀ ਸਾਰੇ ਅਸੀਂ ਅਕਾਲੀ ਰਹੇ, ਅਕਾਲੀ ਦਲ ਨੂੰ ਰਿਵਾਈਵ ਕਰਨਾ 1920 ਵਾਲੇ ਨੂੰ, ਉਹ ਆਪਣੀ ਜਗ੍ਹਾ ਉਹਨਾਂ ਦਾ ਠੀਕ ਹੈ ਐਲਾਨ, ਪਰ ਉਹਨਾਂ ਨੂੰ ਵੱਖਰੀ ਪਾਰਟੀ, ਨਵੀਂ ਪਾਰਟੀ ਹੀ ਗਿਣਿਆ ਜਾਏਗਾ। ਜਿੰਨੇ ਮਰਜ਼ੀ ਉਹ ਕਹਿਣ ਕਿ ਅਸੀਂ ਉਹੀ ਅਕਾਲੀ ਦਲ ਆ, ਉਹਨਾਂ ਨੂੰ ਨਵੀਂ ਪਾਰਟੀ ਗਿਣਿਆ ਜਾਏਗਾ, ਨਵੀਂ ਪਾਰਟੀ ਤੌਰ 'ਤੇ ਵਿਚਰਨਾ ਪਏਗਾ ਉਹਨਾਂ ਨੂੰ। ਇਹ ਹੈ। ਇਸ ਦੇ ਨਾਲ ਹੀ ਢੀਂਡਸਾ ਸਾਹਿਬ ਨੂੰ ਬੁਲਾਇਆ ਜਾਂਦਾ, ਕੈਪਟਨ ਅਮਰਿੰਦਰ ਸਿੰਘ ਜਦੋਂ ਸਰਬ ਪਾਰਟੀ ਮੀਟਿੰਗ ਰੱਖਦੇ ਆ ਢੀਂਡਸਾ ਸਾਹਿਬ ਨੂੰ ਬੁਲਾਉਂਦੇ ਆ। ਢੀਂਡਸਾ ਸਾਹਿਬ ਦੀ ਸੈਂਟਰ 'ਚ ਵੀ ਚੰਗੀ ਪੈਠ ਆ, ਕਿਵੇਂ ਦੇਖਦੇ ਹੋ ਕਿ ਕਿਸੇ ਪਾਰਟੀ ਨਾਲ ਜਾਣਗੇ ਜਾਂ ਜਿਵੇਂ ਉਹਨਾਂ 'ਤੇ ਲੱਗ ਰਹੇ ਨੇ ਕਿ ਕਾਂਗਰਸ ਜਾਂ ਬੀਜੇਪੀ ਵੱਲੋਂ ਮੈਨੂਪਲੇਟ ਕੀਤੇ ਜਾ ਰਹੇ ਨੇ? ਨਹੀਂ ਦੇਖੋ, ਜਦੋਂ ਆਇਆ ਵੀ ਜਦੋਂ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਹੈ, ਵੱਡੀ ਪਾਰਟੀ। ਆਮ ਆਦਮੀ ਟੈਕਨੀਕਲੀ ਤਾਂ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਮੇਨ ਵਿਰੋਧੀ ਤਾਂ ਰਹੇਗੀ, ਸੀਟਾਂ ਵੀ ਉਹਨਾਂ ਦੀਆਂ ਜ਼ਿਆਦਾ ਸੀ, ਪਰ ਜਿਹੜੀ ਸਰਗਰਮੀ ਦੇ ਤੌਰ 'ਤੇ ਦੇਖੀਏ, ਬੇਸ ਦੇ ਤੌਰ 'ਤੇ ਦੇਖੀਏ ਲੰਬੇ ਚ, ਫਿਰ ਵੀ ਅਕਾਲੀ ਦਲ ਮੇਨ ਆਪੋਜੀਸ਼ਨ ਪਾਰਟੀ ਵੀ ਹੈਗੀ, ਆਮ ਆਦਮੀ ਪਾਰਟੀ ਹੈਗੀ ਹੈ, ਪਰ ਅਕਾਲੀ ਦਲ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਕੋਈ ਜਿਹੜੀ ਦੇਖੋ ਰੋਜ਼ ਜਿਹੜੀ ਆਪਸ 'ਚ ਤੂੰ ਮੈਂ ਹੁੰਦੀ ਆ, ਉਹ ਅਕਾਲੀ ਦਲ ਨਹੀਂ ਹੁੰਦੀ ਨਾ। ਤੇ ਦੂਜਾ ਅਕਾਲੀ ਦਲ ਹਿੱਸੇਦਾਰ ਵੀ ਹੈਗਾ ਸੈਂਟਰ ਦੇ ਵਿੱਚ। ਤੇ ਜਦੋਂ ਕੋਈ ਵਿਰੋਧੀ ਜਿਹੜਾ ਹੈ ਉਹਦੇ 'ਚ ਟੁੱਟ ਭੱਜ ਹੁੰਦੀ ਹੈ, ਵਿਰੋਧੀ ਜਦੋਂ ਕੋਈ ਉਹਦੇ 'ਚ ਲੀਡਰ ਅੱਡ ਹੁੰਦੇ ਨੇ, ਵੱਖਰੇ ਧੜੇ ਬਣਦੇ ਨੇ, ਤਾਂ ਕੁਦਰਤੀ ਤੌਰ 'ਤੇ ਜਿਹੜੀ ਰੂਲਿੰਗ ਪਾਰਟੀ ਹੈ ਉਹ ਉਸ ਨੂੰ ਹਵਾ ਦੇਗੀ। ਜੇ ਢੀਂਡਸਾ ਨੂੰ ਬੁਲਾਇਆ ਤਾਂ ਮਤਲਬ ਇਹ ਹੈ ਵੀ ਕਿਸੇ ਨਾ ਕਿਸੇ ਰੂਪ 'ਚ ਉਹ ਥਾਪੀ ਦੇ ਹੀ ਰਹੇ ਨਾ। ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਵੀ ਟੁੱਟ ਭੱਜ ਹੁੰਦੀ ਰਹੇ, ਅਕਾਲੀ ਦਲ ਕਮਜ਼ੋਰ ਪਹਿਲਾਂ ਹੋਇਆ, ਹੋਰ ਹੋਵੇ, ਜੇ ਕਮਜ਼ੋਰ ਕਰਕੇ ਉਹਨੂੰ ਪਹਿਲਾਂ ਕਾਂਗਰਸ ਨੇ ਜਿੱਤੀ ਹੈ ਤੌਰ ਤੇ ਪਿਛੋਕੜ ਕਰ ਸਕਦੇ, ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ, ਤੇ ਹੁਣ ਵੀ। ਤੇ ਸੋ ਹੁਣ ਵੀ ਇਹੀ ਕੋਸ਼ਿਸ਼ ਉਹਨਾਂ ਦੀ ਹੈਗੀ ਕਿ ਇੱਕ ਜਿਹੜਾ ਆਪਣਾ ਅਕਾਲੀ ਦਲ ਕਮਜ਼ੋਰ ਹੋਵੇ। ਤੇ ਉੱਥੇ ਤੱਕ ਸਵਾਲ ਹੈ ਬੀਜੇਪੀ ਦਾ ਤੇ ਅਕਾਲੀ ਦਲ ਦਾ ਜਿਹੜਾ ਰਿਲੇਸ਼ਨ ਹੈ, ਉਹ ਕਹਿਣ ਨੂੰ ਤਾਂ ਉਹ ਕਹਿੰਦੇ ਬੜਾ ਪਵਿੱਤਰ ਹੈ ਸਾਰਾ, ਪਰ ਅਸਲ 'ਚ ਪੋਲੀਟੀਕਲ ਅਲਾਇੰਸ ਹੀ ਆ ਉਹ। ਤੇ ਬੀਜੇਪੀ ਤੇ ਅਕਾਲੀ ਦਲ ਦੋਵੇਂ ਜਿਹੜੇ ਹੈਗੇ ਨੇ ਆਪਸ 'ਚ ਲਵ ਹੇਟ ਰਿਲੇਸ਼ਨ ਉਹਨਾਂ ਦਾ ਚੱਲਦਾ, ਆਪਾਂ ਨੂੰ ਪਤਾ ਹੈ, ਖਿੱਚ ਤੋਂ ਚੱਲਦੀ ਰਹਿੰਦੀ ਹੈ ਇੱਕ ਦੂਜੇ ਨਾਲ। ਜਿਹੜੀ ਬੁਨਿਆਦੀ ਜਿਹੜੀ ਵਿਚਾਰਧਾਰਾ ਉਹਨਾਂ ਦੀ, ਉਹ ਵੀ ਟਕਰਾਅ 'ਚ ਆਉਂਦੀ ਰਹੀ ਹੈ। ਅਕਾਲੀ ਦਲ ਜਿਹੜੇ ਮਸਲੇ 'ਤੇ ਲੜਦਾ ਰਿਹਾ, ਫੈਡਰਲਿਜ਼ਮ ਵਾਸਤੇ, ਪੰਜਾਬੀ ਵਾਸਤੇ, ਸਟੇਟ ਦੇ ਅਧਿਕਾਰਾਂ ਵਾਸਤੇ, ਜਾਂ ਸਿੱਖ ਸਿਆਸਤ ਦੇ ਮਸਲਿਆਂ 'ਤੇ, ਬੀਜੇਪੀ ਦਾ ਉਦੋਂ ਬਿਲਕੁਲ ਉਲਟ ਸਟੈਂਡ ਹੁੰਦਾ ਹੈ। ਬੀਜੇਪੀ ਦਾ ਇਸ ਵੇਲੇ ਏਜੰਡਾ ਹੀ ਦੂਸਰਾ ਹੈਗਾ। ਤੇ ਸੋ ਉਹਨਾਂ ਦਾ ਲਵ ਹੇਟ ਰਿਲੇਸ਼ਨ। ਫਿਰ ਅਗਲੀ ਗੱਲ ਹੈ ਜਿਹੜੀ ਚੋਣਾਂ ਦੀ, ਪੋਲ ਅਲਾਇੰਸ ਦੀ, ਉਹਦੇ ਵਿੱਚ ਵੀ ਉਹਨਾਂ ਦਾ ਟਕਰਾਅ ਆਉਂਦਾ ਰਿਹਾ। ਉਹ ਜ਼ਿਆਦਾ ਉਹ ਕਹਿੰਦੇ ਸਾਨੂੰ ਵੱਧ ਸੀਟਾਂ ਚਾਹੀਦੀਆਂ, ਸਾਡੀ ਹਮੇਸ਼ਾ ਤੋਂ ਹੀ ਚੱਲਦਾ ਰਿਹਾ। ਹਰਿਆਣੇ 'ਚ ਟਕਰਾਅ, ਹਰਿਆਣੇ 'ਚ ਉਹਨਾਂ ਨੇ ਬਿਲਕੁਲ ਉਹਨੂੰ ਕੋਈ ਸੀਟ ਨਹੀਂ ਦਿੱਤੀ, ਉੱਥੇ ਟਕਰਾਅ, ਵੱਖਰੀ ਚੋਣ ਲੜੀ। ਦਿੱਲੀ 'ਚ ਵੀ ਇੱਦਾਂ ਹੋਇਆ, ਦਿੱਲੀ 'ਚ ਵੀ ਨਹੀਂ ਦਿੱਤੀ। ਸੋ ਬੀਜੇਪੀ ਦਾ ਤੇ ਅਕਾਲੀ ਦਲ ਦਾ ਅਲਾਇੰਸ ਹੋਣ ਦੇ ਬਾਵਜੂਦ ਉਹਨੇ ਅੰਦਰ ਖਿੱਚੋ ਚੱਲ ਰਹੀ ਹੈ, ਇੱਕ ਦੂਜੇ ਨੂੰ ਟਿੱਬੀ ਲਾਉਣ ਦੀ ਇੱਕ ਦੂਜੇ ਨੂੰ ਕੋਸ਼ਿਸ਼ ਕਰਦੇ ਆ। ਤੇ ਇਸ ਕਰਕੇ ਬੀਜੇਪੀ ਦਾ ਵੀ ਇੰਟਰਸਟ ਹੋਏਗਾ ਕੁਦਰਤੀ ਵੀ ਅਕਾਲੀ ਦਲ ਦੀ ਇੰਨੀ ਪੋਜੀਸ਼ਨ ਤਕੜੀ ਨਾ ਹੋਵੇ, ਸਾਨੂੰ ਵੀ ਬਾਰਗੇਨਿੰਗ ਜਿਹੜੀ ਹੈ ਸਾਡੇ ਤੋਂ ਜ਼ਿਆਦਾ ਹਾਵੀ ਹੋ ਜਾਣ। ਹੁਣ ਅਗਲੇ 2022 'ਚ ਹੁਣ ਬੀਜੇਪੀ ਦੇ ਲੀਡਰ ਹੁਣੇ ਗੱਲਾਂ ਕਰਨ ਲੱਗੇ, ਵੱਧ ਸੀਟਾਂ ਲਵਾਂਗੇ। ਸੋ ਮਤਲਬ ਇਹ ਪ੍ਰਭਾਵ ਸਿਆਸੀ ਹਲਕਿਆਂ 'ਚ ਹੀ ਹੈਗਾ। ਕਿਸੇ ਨਾ ਕਿਸੇ ਰੂਪ ਵਿੱਚ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਦੀ ਜਿਹੜੀ ਸ਼ਹਿ ਜਾਂ ਇਨਡਾਇਰੈਕਟ ਜਿਹੜੀ ਸਪੋਰਟ ਉਹ ਇਹਨਾਂ ਧੜਿਆਂ ਨੂੰ ਹੈਗੀ ਜਿਹੜੇ ਅਕਾਲੀ ਦਲ ਦੇ ਮੁਕਾਬਲੇ ਖੜੇ ਨੇ। ਇਹ ਪ੍ਰਭਾਵ ਹੈਗਾ ਤੇ ਉਹਨਾਂ ਦਾ ਇੰਟਰਸਟ ਤਾਂ ਦਿਸਦਾ ਹੀ ਹੈ ਕਿ ਜੇ ਅਕਾਲੀ ਦਲ ਨਾਲ ਉਹਨਾਂ ਦੀ ਟਸਲ ਚੱਲਦੀ ਹੈ ਤੇ ਅਕਾਲੀ ਦਲ ਨੂੰ ਕੁਦਰਤੀ ਚਾਹਣਗੇ ਵੀ ਉਹਨਾਂ ਤਕੜਾ ਨਾ ਹੋਵੇ ਕਿ ਸਾਡੇ ਤੇ ਹਾਵੀ ਰਵੇ। ਸੋ ਬੇਸ਼ੱਕ ਅਲਾਇੰਸ ਹੈ ਉਹਨਾਂ ਦਾ ਉਹਦੇ 'ਚ। ਸੋ ਇਸ ਕਰਕੇ ਅਮਰਿੰਦਰ ਸਿੰਘ ਦਾ ਵੀ ਇੰਟਰਸਟ ਹੈ ਅਕਾਲੀ ਦਲ ਕਮਜ਼ੋਰ ਹੋਵੇ, ਟੁੱਟ ਭੱਜ ਹੋਵੇ। ਉਹ ਕੋਸ਼ਿਸ਼ ਕਰਨਗੇ ਇਹਨਾਂ ਨੂੰ ਸਪੋਰਟ ਕਰਨ ਦੀ, ਤਗੜਾ ਕਰਨ ਦੀ, ਰੱਖਣ ਦੀ ਇੱਕ ਹੱਦ ਤੱਕ। ਤੇ ਇਸੇ ਤਰ੍ਹਾਂ ਬੀਜੇਪੀ ਵੀ ਕਰੇ। ਸੋ ਇਹ ਹੈਗਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਇਹਨਾਂ ਦਾ ਲਾਹਾ ਕਾਂਗਰਸ ਪਾਰਟੀ ਚੱਕੇਗੀ ਜ਼ਰੂਰ। ਬਿਲਕੁਲ। ਮੈਂ ਤੁਹਾਨੂੰ ਤੁਸੀਂ ਹੁਣ ਅਗਲਾ ਸਵਾਲ ਮੈਂ ਜਿਹੜਾ ਤੁਸੀਂ ਕਰਨਾ ਹੀ ਸੀਗਾ ਮੈਂ ਆਪੇ ਦੱਸ ਦਿੰਦਾ ਵੀ ਪੰਜਾਬ ਦੇ ਕੀ ਇੰਪੈਕਟ ਪਏਗਾ। ਬਿਲਕੁਲ ਇੰਪੈਕਟ ਕੀ ਪਏਗਾ ਉਹਦੇ 'ਚ ਇਹ ਹੈਗਾ ਕਿ ਬੇਸ਼ੱਕ ਜੇ ਦੋ ਜਿਹੜੀਆਂ ਹੈਗੀਆਂ ਨੇ, ਇੱਕ ਤਾਂ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਉਹ ਵੀ ਪੰਜਾਬ ਦੀ ਸਿੱਖ ਸਿਆਸਤ ਦਾ ਧੁਰਾ ਹੈ, ਪੰਜਾਬ ਦੀ ਸਿਆਸਤ ਦਾ ਵੀ ਬਹੁਤ ਅਹਿਮ ਰੋਲ ਹੈ ਉਹਦੇ 'ਚ। ਤੇ ਦੂਜਾ ਹੈਗੀਆਂ 2022 ਦੀਆਂ ਵਿਧਾਨ ਸਭਾ ਚੋਣ। ਸੋ ਦੋਨਾਂ ਦੇ ਐਂਗਲ ਤੋਂ ਇਹਦਾ ਜਿਹੜਾ ਢੀਂਡਸਾ ਜਿਹੜੇ ਪਾਰਟੀ ਬਣਾਈ ਹੈ ਉਹਦੀ ਕੀ ਅਹਿਮੀਅਤ ਹੈਗੀ
ਉਹ ਦੇਖਣੀ ਆਪਾਂ ਨੂੰ ਜ਼ਰੂਰ ਪਏਗੀ। ਸ਼੍ਰੋਮਣੀ ਕਮੇਟੀ ਦੀ ਉਦੋਂ ਉਸ ਤੋਂ ਪਹਿਲਾਂ ਦਿੱਲੀ ਦੀ ਗੁਰਦੁਆਰਾ ਦੀ ਚੋਣ ਵੀ ਹੋਣੀ, ਜਿਹਦੇ ਸਾਰਿਆਂ ਨੇ ਇਹਨਾਂ ਨੇ ਇਕੱਠੇ ਹੋ ਕੇ ਕਹਿ ਵੀ ਅਸੀਂ ਇਕੱਠੇ ਲੜਾਂਗੇ। ਸੋ ਉੱਥੇ ਵੀ ਹੈਗਾ ਵੀ ਉਹ ਉੱਥੇ ਵੀ ਇਕੱਠੇ ਹੋਣ ਕੇ ਇਹ ਸਾਰੇ ਉਹਨਾਂ ਦਾ ਇੱਕੋ ਟਾਰਗੇਟ ਹੈ ਵੀ ਅਕਾਲੀ ਦਲ ਬਾਦਲ ਨੂੰ ਪਿੱਛੇ ਕਰਨਾ, ਕਿਸੇ ਵੀ ਬਾਦਲ ਪਰਿਵਾਰ ਨੂੰ ਹਰਾਉਣਾ ਜਾਂ ਅਕਾਲੀ ਦਲ ਬਾਦਲ ਨੂੰ ਹਰਾਉਣਾ, ਤੇ ਬਾਕੀ ਸਾਰੇ ਨਹੀਂ। ਸੋ ਐਸਜੀਪੀਸੀ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ, ਕਿਵੇਂ ਹੁੰਦੀਆਂ ਨੇ, ਇਹ ਅਜੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਜਦੋਂ ਵੀ ਹੋਣਗੀਆਂ ਤਾਂ ਢੀਂਡਸਾ ਦੀ ਅਗਵਾਈ ਹੇਠਲਾ ਜਿਹੜਾ ਅਕਾਲੀ ਦਲ ਹੈ ਉਹ ਇੱਕ ਐਂ ਕਹ ਲਓ ਕਿ ਪੈਰਲਲ ਸੈਂਟਰ ਹੋਏਗਾ, ਮੁਕਾਬਲੇ ਦਾ ਕੇਂਦਰ ਹੋਏਗਾ ਸਿਆਸੀ ਅਕਾਲੀਆਂ ਦੇ ਵਿੱਚ। ਮੋਡਰੇਟ ਚਿਹਰਾ, ਪਹਿਲਾਂ ਜਿਹੜੇ ਅਕਾਲੀ ਦਲ ਬਣਦੇ ਨੇ ਕਈ ਵਾਰੀ ਜਿਵੇਂ ਅਕਾਲੀ ਦਲ ਮਾਨ ਦੀ ਅਗਵਾਈ ਹੇਠਲਾ ਸੀ, ਉਹ ਮੋਡਰੇਟ ਚਿਹਰਾ ਨਹੀਂ ਸੀ, ਉਹ ਲਿਬਰਲ ਅਕਾਲੀ ਦਲ ਨਹੀਂ ਸੀਗੇ। ਹੁਣ ਇਸ ਵੇਲੇ ਇੱਕ ਮੋਡਰੇਟ ਚਿਹਰੇ ਵਾਲਾ ਬਾਦਲਾਂ ਦੇ ਦਾ ਸਾਥੀ ਹੀ ਇੱਕ ਜਿਹੜਾ ਲੀਡਰ ਹੈ ਉਹ ਖੜਾ ਹੈ ਪੈਰਲਲ। ਤਾਂ ਜਦੋਂ ਵੀ ਕੋਈ ਸ਼੍ਰੋਮਣੀ ਕਮੇਟੀ ਚੋਣ ਹੋਏਗੀ ਤਾਂ ਇੱਕ ਪੈਰਲਲ ਹੈ, ਜਿਹੜੇ ਕੋਈ ਰੁੱਸੇ ਲੜੇ ਨਾਰਾਜ਼ ਹੋਏ ਇੱਧਰੋਂ ਜਿਹੜੇ ਅਕਾਲੀ ਦਲ ਉਹਨਾਂ ਵਾਸਤੇ ਇੱਕ ਪਲੇਟਫਾਰਮ ਖੜਾ ਹੈ, ਇੱਕ ਪਲੇਟਫਾਰਮ। ਮਤਲਬ ਅਕਾਲੀ ਦਲ ਦੇ ਜਿਹੜੇ ਵੈਸੇ ਤਾਂ ਹੁਣ ਪਾਰਟੀਆਂ ਦਾ ਵਿਚਾਰਧਾਰਕ ਕੋਈ ਰਿਹਾ ਨਹੀਂ, ਜਿਹੜਾ ਅਕਾਲੀ ਦਲ ਕਾਂਗਰਸ 'ਚ ਸ਼ਾਮਲ ਹੋ ਸਕਦਾ, ਕਾਂਗਰਸ ਸ਼ਾਮਲ ਹੁੰਦਾ, ਕਾਂਗਰਸੀ ਅਕਾਲੀ 'ਚ ਆਪਣਾ ਲਾਹਾ ਤੱਕਦੇ, ਬੀਜੇਪੀ, ਕਿਉਂਕਿ ਸਾਰਿਆਂ ਦੀ ਜਿਹੜੀ ਪਾਵਰ ਪੋਲਿਟਿਕਸ ਦੇ ਦੁਆਲੇ ਘੁੰਮ ਰਹੀ ਹੈ ਵੀ ਅਸੀਂ ਕੁਰਸੀ ਕਿਵੇਂ ਲੈਣੀ ਹੈ, ਗੱਦੀ ਲੈਣੀ ਕਿਵੇਂ, ਪਾਵਰ ਕਿਵੇਂ ਲੈਣੀ ਹੈ, ਫਿਰ ਪਾਵਰ ਨੂੰ ਬਚਾ ਕੇ ਕਿਵੇਂ ਰੱਖਣਾ ਹੈ, ਫਿਰ ਅਗਲੀ ਇਲੈਕਸ਼ਨ ਤੱਕ ਪਾਵਰ ਕਿਵੇਂ ਲੈਣੀ ਹੈ। ਸੋ ਸਾਰੀ ਗੇਮ ਇਸ ਤਰ੍ਹਾਂ ਘੁੰਮ ਗਈ ਹੈ। ਜਿਹੜੀਆਂ ਪਹਿਲਾਂ ਵਾਲਾ ਜਿਸ ਤਰ੍ਹਾਂ ਸਿਧਾਂਤਕ ਪਾਰਟੀਆਂ ਸੀਗੀਆਂ ਵੀ ਪਾਵਰ ਦਾ ਲਾਲਚ ਨਹੀਂ, ਅਸੂਲਾਂ ਦੀ ਲੜਾਈ, ਉਹ ਤਾਂ ਹੁਣ ਰਿਹਾ ਨਹੀਂ। ਸੋ ਇਸ ਕਰਕੇ ਕੋਈ ਫਰਕ ਨਹੀਂ। ਫਿਰ ਵੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ, ਲੀਡਰ ਨੇ, ਉਹਨਾਂ ਦਾ ਇੱਕ ਸਾਈਕੋਲੋਜੀਕਲ ਇਹ ਹੁੰਦਾ ਵੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਜਾਣਾ ਉਹਨਾਂ ਵਾਸਤੇ ਕਈ ਵਾਰੀ ਔਖਾ ਹੁੰਦਾ, ਜਾਂ ਬੀਜੇਪੀ ਜਾਣਾ। ਹੁਣ ਜੇ ਅਕਾਲੀ ਦਲ ਦੇ ਵਿੱਚ ਕੋਈ ਰੌਲਾ ਪੈਂਦਾ ਤਾਂ ਉਹਨਾਂ ਵਾਸਤੇ ਇੱਕ ਸਾਹਮਣੇ ਪੈਰਲਲ ਨਹੀਂ, ਸਾਹਮਣੇ ਉਹਨਾਂ ਵਾਸਤੇ ਇੱਕ ਪਲੇਟਫਾਰਮ ਹੈਗਾ ਕਿ ਉਹ ਢੀਂਡਸਾ ਨਾਲ ਜਾਂਦੇ ਰੁੱਸੇ ਰਸੇ ਦੀ ਐਸਜੀਪੀਸੀ ਚੋਣਾਂ ਵੇਲੇ ਵੀ। ਇਸੇ ਤਰ੍ਹਾਂ ਜਿਹੜੀਆਂ 2022 ਦੀਆਂ ਚੋਣਾਂ ਉਸ ਵੇਲੇ ਵੀ ਇੱਕ ਪਲੇਟਫਾਰਮ ਹੋਏਗਾ। ਐਸਜੀਪੀਸੀ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ 4 ਧਿਰੀ ਲੜਾਈ ਹੋਏਗੀ, ਕਿਉਂਕਿ ਆਮ ਆਦਮੀ ਪਾਰਟੀ ਵੀ ਹੈ। ਪਹਿਲਾਂ ਜਦੋਂ ਅਕਾਲੀ ਦਲ ਬਣਦੇ ਰਹੇ ਨੇ, ਵੱਖਰੇ ਹੁੰਦੇ ਰਹੇ ਨੇ, ਉਦੋਂ ਸਿੱਧੀ ਹੁੰਦੀ ਸੀਗੀ। ਇਸ ਵੇਲੇ ਇਹ ਵੀ ਫਰਕ ਹੈ ਪੰਜਾਬ ਦੀ ਹਾਲਤ ਵਿੱਚ, ਇੱਕ ਆਮ ਆਦਮੀ ਪਾਰਟੀ ਦੇ ਰੂਪ 'ਚ ਇੱਕ ਤੀਜੀ ਧਿਰ ਪੈਰਲਲ ਕਾਇਮ ਹੈ। ਸੋ ਤੀਜੀ ਧਿਰ ਜਿਹੜੀ ਉਹ ਪੈਰਲਲ ਮਤਲਬ ਖੜੀ ਹੈ, ਇੱਕ ਜਿਹੜੀ ਕਿ ਇਸ ਵੇਲੇ ਮਤਲਬ ਭਾਵੇਂ ਪਹਿਲਾਂ ਨਾਲੋਂ ਕਮਜ਼ੋਰ ਹੈ, ਪਰ ਇੱਕ ਤੀਜੀ ਧਿਰ ਹੈਗੀ, ਉਹਨਾਂ ਦੀ ਹੋਂਦ ਹੈਗੀ, ਦਿੱਲੀ ਸਰਕਾਰ ਹੈਗੀ ਉਹਨਾਂ ਦੀ ਇੱਕ ਪੂਰੀ। ਸੋ ਜਦੋਂ ਵੀ ਹੁਣ ਚੋਣਾਂ ਹੋਣਗੀਆਂ ਤਾਂ ਇੱਕ ਪਾਸੇ ਕਾਂਗਰਸ ਹੋਏਗੀ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ, ਇੱਕ ਪਾਸੇ ਆਮ ਆਦਮੀ ਪਾਰਟੀ, ਤੇ ਚੌਥਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਅਸੀਂ ਤੀਜਾ ਬਦਲ ਦੇਵਾਂਗੇ, ਮਤਲਬ ਹੈ ਚੌਥਾ ਹੈ, ਚੌਥਾ ਹੈ ਪਰ ਤੀਜਾ ਬਦਲ ਕਹਿੰਦੇ ਦੇਵਾਂਗੇ, ਇੱਕ ਫੋਰਮ ਹੋਏਗਾ, ਪਲੇਟਫਾਰਮ ਹੋਏਗਾ। ਸੋ 4 ਧਿਰੀ ਲੜਾਈ ਹੋਗੀ। ਸੋ 4 ਧਿਰੀ ਲੜਾਈ ਦੇ ਵਿੱਚ ਜਿਹੜੇ ਜਦੋਂ ਹੁੰਦੀ ਹੈ 4 ਧਿਰੀ ਤੇ ਮਾਰਜਨ ਜਿਹੜੇ ਹੁੰਦੇ ਆ ਜਿਹੜੇ ਵੋਟਾਂ ਦੇ ਉਹ ਘਟ ਜਾਂਦੇ ਨੇ। ਸੋ ਇਹੋ ਜਿਹੀ ਹਾਲਤ 'ਚ ਫਿਰ ਉਹ ਜਿਹੜਾ ਇਹ ਅਕਾਲੀ ਦਲ ਹੈ ਉਹ ਮੇਨ ਅਕਾਲੀ ਦਲ ਵਾਸਤੇ ਖਤਰੇ ਦੀ ਘੰਟੀ ਬਣ ਸਕਦਾ। ਜਦੋਂ 1999 'ਚ ਜਥਿਆ ਟੋੜਾ ਵੱਖ ਹੋਈ, ਉਦੋਂ ਬਾਅਦ ਉਹਨਾਂ ਨੇ ਪਾਰਟੀ ਬਣਾਈ। 2002 ਦੀ ਜਿਹੜੀ ਚੋਣ ਸੀ ਵਿਧਾਨ ਸਭਾ ਦੀ ਪੰਜਾਬ ਦੀ, ਉਹਦੇ 'ਚ ਅਕਾਲੀ ਦਲ ਦੀ ਹਾਰ ਦਾ ਕਾਰਨ ਜਿਹੜੀ ਟੋੜਾ ਦੀ ਅਗਵਾਈ ਹੇਠਲਾ ਅਕਾਲੀ ਦਲ ਬਣੇ ਕਿ ਉਹ ਆਪ ਤਾਂ ਨਹੀਂ ਜਿੱਤ ਸਕੇ, ਪਰ ਆਪ ਨਹੀਂ ਸਰਕਾਰ ਬਣਾ ਸਕਿਆ ਨਹੀਂ, ਪਰ ਅਕਾਲੀ ਦਲ ਨੂੰ ਹਰਾ, ਕਿਉਂਕਿ ਹਰ ਸੀਟ ਤੇ ਜਿਹੜੀਆਂ 25 ਸੀਟਾਂ ਹੋਈਆਂ ਸੀ ਜਿੱਥੇ ਉਹਨਾਂ ਨੇ ਇੰਨੀਆਂ ਵੋਟਾਂ ਲਈਆਂ ਕਿ ਉਹਨਾਂ ਨੇ ਅਕਾਲੀ ਦਲ ਨੂੰ ਢਾਲਾ ਤੇ ਅਕਾਲੀ ਦਲ ਨੂੰ ਦੇ ਕੈਂਡੀਡੇਟ ਹਰਾਤੇ ਤੇ ਸਰਕਾਰ ਕਾਂਗਰਸ ਦੀ ਬਣ ਗਈ। ਸੋ ਬੇਸ਼ੱਕ ਜਿਹੜਾ ਸੁਖਬੀਰ ਬਾਦਲ ਜਾਂ ਇਹਨਾਂ ਦੇ ਲੀਡਰ ਇਹ ਕਹਿਣ ਕਿ ਕੋਈ ਸਾਨੂੰ ਫਰਕ ਨਹੀਂ ਪੈਂਦਾ, ਕੋਈ ਨਹੀਂ, ਠੀਕ ਹੈ, ਪਰ ਇਹ ਸੰਭਾਵਨਾ ਮੌਜੂਦ ਹੈਗੀ ਹੈ ਕਿ ਜੇਕਰ ਇਸ ਤਰ੍ਹਾਂ ਦਾ ਅਕਾਲੀ ਦਲ ਖੜਾ ਰਹਿੰਦਾ ਹੈ ਔਰ ਇਹਨੂੰ ਹੋਰ ਸਪੋਰਟ ਮਿਲਦੀ ਹੈ, ਟੁੱਟ ਭੱਜ ਕਰਕੇ ਜਿਹੜੇ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਤਾਂ ਉਦੋਂ ਫਿਰ ਨਾਰਾਜ਼ਗੀਆਂ ਬੜੀਆਂ ਹੁੰਦੀਆਂ ਨੇ। ਇੱਕ ਥਾਂ ਤੇ ਇਸ ਦਾਅਵੇਦਾਰ ਕਈ ਹੋ ਜਾਂਦੇ ਨੇ, ਜਿਨ੍ਹਾਂ ਨੂੰ ਨਹੀਂ ਟਿਕਟ ਮਿਲੀ ਉਹ ਜਿਹੜੇ ਉਹ ਹੋਰ ਨਾਰਾਜ਼ਗੀਆਂ ਹੋਣਗੀਆਂ,
ਜਾਂ ਉਸ ਵੇਲੇ ਜਿਹੜੀਆਂ ਬੀਜੇਪੀ ਦੀ ਕੀ ਐਟੀਟਿਊਡ ਹੋਏਗਾ, ਬੀਜੇਪੀ ਕਿਵੇਂ ਅਕਾਲੀ ਦਲ ਦਾ ਰਿਲੇਸ਼ਨ ਕਿਵੇਂ ਹੋਏਗਾ, ਉਹ ਵੀ ਅਜੇ ਕੁਐਸਚਨ ਮਾਰਕ ਲੱਗਿਆ ਹੋਇਆ ਹੈ। ਸੋ ਉਹਨਾਂ ਦੀ ਆਪਸ 'ਚ ਵੀ ਹੋ ਸਕਦਾ ਕੋਈ ਟੁੱਟ ਭੱਜ ਹੋ ਜਾਵੇ ਜਾਂ ਕੋਈ ਕਿਸੇ ਤਰ੍ਹਾਂ ਦੇ ਝਗੜੇ ਹੋਣ। ਸੋ ਇਹੋ ਜਿਹੀ ਹਾਲਤ ਦੇ ਵਿੱਚ ਇਹ ਇੱਕ ਜਿਹੜਾ ਅਕਾਲੀ ਦਲ ਹੈ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲਾ, ਜਿਹਨੂੰ ਅਕਾਲੀ ਦਲ ਡੈਮੋਕ੍ਰੈਟਿਕ ਹੀ ਕਿਹਾ ਜਾਏਗਾ, ਸੋ ਇਹ ਇੱਕ ਉਸ ਵੇਲੇ ਅਕਾਲੀ ਦਲ ਵਾਸਤੇ ਖਤਰੇ ਦੀ ਘੰਟੀ ਬਣੇਗਾ ਨਹੀਂ ਕਹਿ ਸਕਦਾ ਮੈਂ, ਬਣ ਸਕਦਾ ਹੈ। ਮਤਲਬ ਕੁਝ ਸੀਟਾਂ ਇਹੋ ਜਿਹੀਆਂ ਹੋਣਗੀਆਂ ਜਿੱਥੇ ਇਹਨਾਂ ਦੇ ਕੈਂਡੀਡੇਟ ਉਹਨਾਂ ਨੂੰ ਜਿੱਤਣ ਬੇਸ਼ੱਕ ਨਾ ਪਰ ਹਰਾ ਸਕਦੇ ਨੇ। ਇਹੋ ਜਿਹੀ ਪੋਜੀਸ਼ਨ ਜਦੋਂ ਜਥੇਦਾਰ ਟੌਹੜਾ ਦੀ ਅਗਵਾਈ ਹੇਠਲੇ ਅਕਾਲੀ ਦਲ ਵੇਲੇ ਭਾਵੇਂ ਉਹਨਾਂ ਨਾਲ ਮੈਚ ਨਹੀਂ ਕੀਤਾ ਜਾ ਸਕਦਾ, ਜਥੇਦਾਰ ਟੌਹੜਾ ਬਹੁਤ ਕੱਦਾਵਰ ਲੀਡਰ ਸੀਗੇ, ਸੁਖਦੇਵ ਸਿੰਘ ਢੀਂਡਸਾ ਨਾਲੋਂ ਕਿਤੇ ਵੱਡੇ ਤਕੜੇ ਲੀਡਰ ਸੀਗੇ, ਉਹਨਾਂ ਦੀ ਫੋਲੋਇੰਗ ਬਹੁਤ ਸੀ, ਉਹਨਾਂ ਦੇ ਸਪੋਰਟਰ ਬੜੇ ਸੀ, ਔਰ ਉਹਨਾਂ ਦੀ ਪੂਰਾ ਪੈਰਲਲ ਸਾਰੇ ਪੰਜਾਬ 'ਚ ਉਹਨਾਂ ਦਾ ਨੈਟਵਰਕ ਸੀ। ਅਜੇ ਤੱਕ ਉਸ ਥਾਂ ਨੂੰ ਤਾਂ ਨਹੀਂ ਪਹੁੰਚੇ ਇਹ, ਪਰ ਫਿਰ ਵੀ ਇਹ ਸੰਭਾਵਨਾ ਹੈਗੀ 2022 ਦੀਆਂ ਚੋਣਾਂ, ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣਾਂ 'ਚ ਵੀ ਕੁਝ ਸੰਨ ਲਾ ਸਕਦੇ ਨੇ ਤੇ 2022 ਦੀਆਂ ਚੋਣਾਂ 'ਚ ਵੀ ਲਾ ਸਕਦੇ ਨੇ, ਪਰ ਅਜੇ ਤੱਕ ਇਸ ਕੁਐਸਚਨ ਮਾਰਕ ਹੀ ਹੈ। ਤੇ ਕਿਉਂਕਿ ਰਾਜਨੀਤੀ 'ਚ ਟੁੱਟ ਭੱਜ ਹੋਣ ਵੇਲੇ ਪਤਾ ਲੱਗਦਾ ਰਾਜਨੀਤੀ 'ਚ ਅਜੇ ਤੱਕ ਜਿਹੜੀ ਹੈ ਬਹੁਤ ਕੁਝ ਜਿਹੜਾ ਅਣਕਿਆਸਿਆ ਹੁੰਦਾ, ਹਮੇਸ਼ਾ ਹੁੰਦਾ ਰਹਿੰਦਾ ਅਣਕਿਆਸਿਆ, ਤੇ ਹੁੰਦਾ ਵੀ ਰਹਿੰਦਾ। ਦੂਜੀ ਗੱਲ ਇੱਕ ਹੋਰ ਵੀ ਹੈ ਵੀ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਉਮਰ ਦਾ ਤਕਾਜ਼ਾ ਵੀ ਹੈਗਾ ਉਹਨਾਂ ਦੇ ਵਿੱਚ, ਜਿੰਨੀ ਕਿਉਂਕਿ 80 ਸਾਲ ਤੋਂ ਉਮਰ ਹੋ ਚੁੱਕੀ ਹੈ, ਉਹਨਾਂ ਦੀ ਜਿਹੜੀ ਐਨਰਜੀ, ਕੋਈ ਯੰਗ ਲੀਡਰਸ਼ਿਪ, ਪ੍ਰੋਗਰਾਮ ਇੱਕ ਤਾਂ ਕੋਈ ਵੱਖਰਾ, ਲੋਕਾਂ ਦੇ ਸਿਰ ਤੇ ਅਟਰੈਕਟ ਹੋਣਗੇ ਤੁਹਾਡੇ ਨਾਲ। ਜੇ ਤਾਂ ਕੋਈ ਇਹ ਹੋਏ ਨਾ ਬਹੁਤ ਵੱਡਾ ਪ੍ਰੋਗਰਾਮ ਵੱਖਰਾ ਦਿੱਤਾ ਤੁਸੀਂ ਉਹਨਾਂ ਨੂੰ, ਉਹ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਕੁਛ, ਕੀ ਉਹ ਦੇ ਸਕਣਗੇ, ਵੀ ਸਵਾਲ ਕੁਐਸਚਨ ਮਾਰਕ। ਸਾਰੀ ਉਮਰ ਤਾਂ ਅਕਾਲੀ ਦਲ 'ਚ ਰਹੇ, ਉੱਥੇ ਘੁੰਮਦੇ ਉਸੇ ਜੇ ਉਸੇ ਦਾ ਮੌਜਾਂ, ਮਤਲਬ ਉਸੇ ਦੇ ਅਹੁਦੇ ਮਾਣੇ ਆ, ਉਸੇ ਦੀਆਂ ਮਿਨਿਸਟਰੀਆਂ ਉਸੇ ਦੀਆਂ ਦੇ, ਤੇ ਹੁਣ ਕੀ ਵੱਖਰਾ ਦੇਣਗੇ ਉਹ? ਇੱਕ ਤਾਂ ਇਹ ਹੈਗਾ, ਦੂਜਾ ਵੀ ਉਹ ਯੰਗ ਲੀਡਰਸ਼ਿਪ ਕੋਈ ਅਜੇ ਠੀਕ ਹੈ, ਉਹਨਾਂ ਦੇ ਜਿਹੜੇ ਬੇਟੇ ਹੈਗੇ ਨੇ ਪਰਮਿੰਦਰ ਸਿੰਘ ਸਾਹਿਬ ਯੰਗ ਨੇ, ਪਰ ਕੀ ਉਹ ਲੀਡਰਸ਼ਿਪ ਦੇ ਸਕਣਗੇ ਇਸ ਤਰ੍ਹਾਂ ਦੀ ਕਿ ਉਹ ਜਿਹੜੀ ਵੱਡੇ ਜਿਹੜੇ ਲੋਕਾਂ ਦੇ ਉਹਨੂੰ ਖਿੱਚ ਲਵੇ, ਪੰਜਾਬ ਦੇ ਜਿੰਨੇ ਮਸਲੇ ਨੇ ਉਹਨਾਂ ਦਾ ਕੀ ਹੱਲ ਦੇ ਸਕਣਗੇ ਉਹ? ਫਿਰ ਉਹਨਾਂ ਦੀ ਸੀਮਤਾਈ ਜਿਹੜੀ ਹੈ ਉਹਨਾਂ ਦੀ, ਉਹ ਕੀ ਉਹ ਉਸਨੂੰ ਪਾਰ ਕਰ ਸਕਣਗੇ? ਫਿਰ ਉਹਦਾ ਜਿਹੜਾ ਬਾਕੀ ਪਾਰਟੀਆਂ ਰਿਲੇਸ਼ਨ ਕੀ ਹੋਏਗਾ? ਸੋ ਉਹਦੇ ਬਹੁਤ ਸਾਰੇ ਸਵਾਲ ਖੜੇ ਨੇ, ਪਰ ਇੱਕ ਇੰਨੀ ਗੱਲ ਹੈ, ਇੱਕ ਪਲੇਟਫਾਰਮ ਖੜਾ ਹੋ ਗਿਆ ਅਕਾਲੀ ਦਲ ਦੇ ਮੁਕਾਬਲੇ। ਅਕਾਲੀ ਦਲ ਵਾਸਤੇ ਉਹ ਪਲੇਟਫਾਰਮ ਕਿਸੇ ਨਾ ਕਿਸੇ ਰੂਪ ਵਿੱਚ ਚੈਲੰਜ ਰਹੇਗਾ, ਵੱਡਾ ਹੋਵੇ ਛੋਟਾ ਰਹੇ, ਤੇ ਐਸਜੀਪੀਸੀ ਦੀਆਂ ਚੋਣਾਂ ਵੇਲੇ ਤੇ ਜਿਹੜੀਆਂ ਵਿਧਾਨ ਸਭਾ ਚੋਣਾਂ ਵੇਲੇ ਇੱਕ ਇੱਕ ਪਲੇਟਫਾਰਮ, ਜਿਹੜਾ ਇੱਕ ਪੋਲੀਟੀਕਲ ਪਲੇਟਫਾਰਮ, ਪੋਲੀਟੀਕਲ ਪਾਰਟੀ ਦਾ ਇੱਕ ਖੜਾ ਹੈ, ਜਿਹੜਾ ਕਿ ਬਾਕੀ ਪਾਰਟੀਆਂ ਨੂੰ, ਕਾਂਗਰਸ ਨੂੰ ਵੀ, ਆਪ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਉਹ ਨਤੀਜਿਆਂ ਦੇ ਪੱਖੋਂ ਅਸਰ ਜ਼ਰੂਰ ਕਰ ਸਕਦਾ ਹੈ ਜੇ ਇਹ ਤਕੜਾ ਹੋਰ ਹੋ ਜਾਵੇ ਤਾਂ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਸੋ ਜਿੱਥੇ ਢੀਂਡਸਾ ਸਾਹਿਬ ਦੇ ਮੈਦਾਨ ਦੇ ਵਿੱਚ ਆਉਣ ਦੇ ਨਾਲ ਵੋਟ ਬੈਂਕ ਨੂੰ ਸੰਨ ਲੱਗ ਸਕਦੀ ਹੈ, ਉੱਥੇ ਹੀ ਇੱਕ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਢੀਂਡਸਾ ਵੱਲੋਂ ਖੜਾ ਕੀਤਾ ਗਿਆ ਧੜਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਚੱਲ ਸਕੇਗਾ, ਪੰਜਾਬ ਦੇ ਲੋਕਾਂ ਤੇ ਖਰਾ ਉਤਰ ਸਕੇਗਾ? ਇਹ ਤਾਂ ਪੰਜਾਬ ਦੀ ਆਉਣ ਵਾਲੀ ਫਿਜ਼ਾ ਹੀ ਦੱਸੇਗੀ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜਾਖੋ।